ਕਾਨੂੰਨ ਨੇ ਜਿਹੜੇ ਇਹ ਇਸ ਤਰ੍ਹਾਂ ਧਾਰਨਾ ਬਣ ਰਹੀ ਹੈ ਕਿ ਖੇਤੀ ਸੰਕਟ ਹੈਗਾ। ਅਸਲ ਦੇ ਵਿੱਚ ਇਹ ਖੇਤੀ ਸੰਕਟ ਨਹੀਂ, ਇਹ ਗੱਲ ਪੱਕੀ ਹੈ ਕਿ ਖੇਤੀ ਸੰਕਟ ਨੂੰ ਉਸ ਦਿਸ਼ਾ ਵਿੱਚ ਲੈ ਜਾਊਗਾ, ਪੂਰੇ ਹਾਈਐਸਟ ਸਟੇਜ ਤੇ ਲੈ ਜਾਊਗਾ, ਸਿਖਰਾਂ ਦੇ ਉੱਤੇ। ਤਾਂ ਅਸੀਂ ਸਭ ਤੋਂ ਪਹਿਲਾਂ ਕਿ ਜਿਹੜੇ 3 ਆਰਡੀਨੈਂਸ ਆਏ, ਜਿਵੇਂ ਤੁਸੀਂ ਕਿਹਾ ਕਿ ਫਿਰ ਉਹ ਬਿੱਲ ਬਣ ਗਏ, ਐਕਟ ਕਾਨੂੰਨ ਬਣ ਗਏ, ਤਾਂ ਇਸ ਖੇਤੀ ਸੰਕਟ ਨੂੰ ਜਦੋਂ ਅਸੀਂ ਇਹਦੀਆਂ ਪਰਤਾਂ ਨੂੰ ਦੇਖਦੇ ਹਾਂ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਜਦੋਂ ਫਿਊਡਲਿਸਟਿਕ ਜਿਹੜੀ ਮੋਡ ਆਫ ਪ੍ਰੋਡਕਸ਼ਨ ਹੁੰਦੀ ਹੈ, ਜਦੋਂ ਟਰਾਂਸਫਾਰਮ ਹੁੰਦੀ ਹੈ ਪੂੰਜੀਵਾਦ ਮੋਡ ਆਫ ਪ੍ਰੋਡਕਸ਼ਨ ਦੇ ਵਿੱਚ, ਤਾਂ ਉਦੋਂ ਇੱਕ ਜਿਹੜਾ ਇਹ ਰੀਅਲ ਕੁਐਸਚਨ ਖੜਾ ਹੁੰਦਾ ਹੈ, ਖੇਤੀ ਦਾ ਸੰਕਟ ਹੈ ਜਿਹੜਾ ਖੜਾ ਹੁੰਦਾ ਹੈ। ਕਿਉਂਕਿ ਜਿਵੇਂ ਅਸੀਂ ਇਹਨੂੰ ਦੇਖੋ ਕਿ ਹਰੀ ਕ੍ਰਾਂਤੀ ਦਾ ਇੱਕ ਮਾਡਲ ਆਇਆ ਜੀ, ਉਸ ਹਰੀ ਕ੍ਰਾਂਤੀ ਦੇ ਤੋਂ ਪਹਿਲਾਂ ਸਾਡੇ ਕੋਲ ਜਿਹੜੇ ਸਾਡੇ ਮੋਡ ਆਫ ਪ੍ਰੋਡਕਸ਼ਨ ਸੀਗੇ, ਸਾਡੇ ਪੈਦਾਵਾਰ ਦੇ ਜਿਹੜੇ ਢੰਗ ਸੀਗੇ, ਉਹ ਟ੍ਰੈਡੀਸ਼ਨਲ ਸੀਗੇ। ਤਾਂ ਹਰੀ ਕ੍ਰਾਂਤੀ ਦੇ ਵਿੱਚ ਇੱਕ ਪੈਕੇਜ ਲਿਆਂਦਾ ਜਿਹਦੇ ਵਿੱਚ ਇਨਪੁੱਟ ਵੀ ਆਏ, ਜਿਹਦੇ ਵਿੱਚ ਬੀਜ, ਖਾਦ ਤੇ ਰੇਹਾਂ, ਮਸ਼ੀਨਰੀ, ਕੈਪੀਟਲ, ਇਹ ਸਾਰਾ ਕੁਝ ਆਇਆ। ਇਹਨੇ ਕੀ ਕੀਤਾ ਕਿ ਉਸ ਖੇਤੀ ਦੇ ਵਿੱਚ ਇੱਕ ਮਤਲਬ ਜਿਹੜੀ ਮਾਰਕੀਟ ਡਿਵੈਲਪ ਕੀਤੀ। ਤਾਂ ਉਹਦੇ ਨਾਲ ਕੀ ਹੈ ਕਿ ਪੈਦਾਵਾਰ ਤਾਂ ਇੱਕ ਵਾਰੀ ਵਧੀ, ਪਰ ਸਾਡੇ ਜਿਹੜੀਆਂ ਪ੍ਰੋਡਕਟਿਵ ਫੋਰਸਿਸ ਸੀਗੀਆਂ ਉਹ ਬੜੀ ਮਤਲਬ ਡਿਵੈਲਪ ਹੋ ਗਈਆਂ। ਤਾਂ ਜਦੋਂ ਫਿਊਡਲਿਜ਼ਮ ਤੋਂ ਟ੍ਰਾਂਜੀਸ਼ਨ ਹੁੰਦੀ ਹੈ ਕੈਪੀਟਲਿਜ਼ਮ ਵੱਲ, ਤੇ ਇਹ ਨਵੀਂ ਮੋਡ ਆਫ ਪ੍ਰੋਡਕਸ਼ਨ ਜਦੋਂ ਆਉਂਦੀ ਹੈ ਤਾਂ ਉਹ ਜਦੋਂ ਟਰਾਂਸਫਾਰਮ ਕਰਦੀ ਹੈ ਇਸ ਫਿਊਡਲਿਸਟਿਕ ਮੋਡ ਆਫ ਪ੍ਰੋਡਕਸ਼ਨ ਨੂੰ ਕੈਪੀਟਲਿਸਟ ਮੋਡ ਆਫ ਪ੍ਰੋਡਕਸ਼ਨ ਦੇ ਵਿੱਚ, ਤਾਂ ਇਹ ਜਿਹੜਾ ਕ੍ਰਾਈਸਿਸ ਖੜਾ ਹੁੰਦਾ, ਜਿਵੇਂ ਪੰਜਾਬ ਦੇ ਵਿੱਚ ਜਾਂ ਇਹਨਾਂ ਹੋਰ ਖੇਤਿਆਂ ਦੇ ਵਿੱਚ, ਜਿਵੇਂ ਖੇਤੀ ਦੇ ਵਿੱਚ ਜਦੋਂ ਇਹ ਨਵੀਂ ਟੈਕਨੀਕ ਆਈ, ਨਵੀਂ ਟੈਕਨੋਲੋਜੀ ਆਈ, ਤਾਂ ਜਦੋਂ ਹੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਵੈਸਟਰਨ ਯੂਪੀ ਦੇ ਵਿੱਚ ਜਦੋਂ ਇਹ ਟੈਕਨੋਲੋਜੀ ਆਉਂਦੀ ਹੈ, ਉਹਦੇ ਨਾਲ ਕੀ ਹੈ ਕਿ ਉਹਨੇ ਸ਼ੁਰੂ ਦੇ ਵਿੱਚ ਭਾਵੇਂ ਏਰੀਆ ਅੰਡਰ ਜਿਹੜਾ ਕ੍ਰੌਪ ਵਧ ਗਿਆ, ਕ੍ਰੌਪ ਇੰਟੈਂਸਿਟੀ ਵਧ ਗਈ, ਤਾਂ ਏਰੀਆ ਪ੍ਰੋਡਕਟਿਵਿਟੀ ਵੀ ਵਧੀ। ਤਾਂ ਇਸ ਦੇ ਨਾਲ ਹੀ ਕੀ ਹੋਇਆ ਕਿ ਇਹ ਵਧਣ ਦੇ ਨਾਲ ਕੀ ਹੋਇਆ ਕਿ ਸਾਡੇ ਲੇਬਰ ਦਾ ਜਿਹੜਾ ਕੰਮ ਹੈ ਉਹ ਘਟ ਗਿਆ। ਲੇਬਰ ਨੂੰ ਮਸ਼ੀਨ ਨੇ ਜਾਂ ਟੈਕਨੋਲੋਜੀ ਨੇ ਡਿਸਪਲੇਸ ਕਰਤਾ। ਲੇਬਰ ਡਿਸਪਲੇਸ ਹੋਣ ਨਾਲ ਕੀ ਹੋਇਆ ਕਿ ਸਾਡੀ ਜਿਹੜੀ ਅਨਐਮਪਲੋਇਮੈਂਟ ਹੋ ਗਈ। ਅਨਐਮਪਲੋਇਮੈਂਟ ਹੋਣ ਨਾਲ ਕੀ ਹੋਇਆ ਕਿ ਸਪਲਾਈ ਆਫ ਲੇਬਰ ਵਧ ਗਈ। ਤਾਂ ਲੇਬਰ ਵਧਣ ਨਾਲ ਕੀ ਹੈ ਕਿ ਸਾਡੀਆਂ ਜਿਹੜੀਆਂ ਵੇਜਸ ਨੇ, ਵੇਜ ਰੇਟ ਨੇ, ਉਹ ਰੀਅਲ ਵੇਜ ਰੇਟ ਉਹ ਘਟ ਗਈ। ਉਹ ਘਟਣ ਕਰਕੇ ਕੀ ਸਾਡੀ ਇਨਕਮ ਘਟ ਗਈ। ਇਨਕਮ ਇਹਦੇ ਨਾਲ ਹੀ ਜਿਹੜੀ ਕੈਪੀਟਲ ਹੈ ਉਹਦਾ ਵਿਆਜ ਵਧਣ ਕਰਕੇ ਕੈਪੀਟਲ ਵੀ ਦੋਵਾਂ ਪਾਸਿਆਂ ਤੋਂ ਆਈ। ਇੱਕ ਕੈਪੀਟਲ ਜਿਹੜੀ ਇੰਸਟੀਟਿਊਸ਼ਨ ਤੋਂ ਆਈ, ਇੱਕ ਦੂਜੀ ਨਾਨ ਇੰਸਟੀਟਿਊਸ਼ਨ ਤੋਂ ਆਈ, ਜਿਹੜੀ ਬੜੀ ਮਹਿੰਗੀ ਪਈ। ਇਹਦੇ ਨਾਲ ਕਿਸਾਨੀ ਜਿਹੜੀ ਉਹ ਕਰਜ਼ੇ ਥੱਲੇ ਆ ਗਈ। ਤਾਂ ਅਸੀਂ ਇਹ ਦੇਖਦੇ ਹਾਂ ਕਿ ਇਸ ਸਾਰੇ ਸਰਕਲ ਦੇ ਵਿੱਚ ਜਿਹੜਾ ਕ੍ਰਾਈਸਿਸ ਹੈ ਉਹ ਸਾਡਾ ਜਿਹੜੀਆਂ ਟਰਮਜ਼ ਆਫ ਟ੍ਰੇਡ ਨੇ ਉਹ ਵੀ ਖੇਤੀ ਦੇ ਵਿੱਚ ਜਿਹੜੀਆਂ ਉਸ ਤਰ੍ਹਾਂ ਜਿਹੜੀਆਂ ਖੇਤੀ ਦੇ ਉਲਟ ਰਹੀਆਂ। ਤਾਂ ਇਹਦੇ ਵਿੱਚ ਕੀ ਹੋਇਆ ਕਿ ਸ਼ੁੱਧ ਮੁਨਾਫਾ ਜਿਹੜਾ ਕਿਸਾਨੀ ਦਾ ਘਟਿਆ। ਸ਼ੁੱਧ ਮੁਨਾਫਾ ਘਟਣ ਕਰਕੇ ਤਾਂ ਕਿਸਾਨੀ ਜਿਹੜੀ ਉਹ ਕਰਜ਼ੇ ਦੇ ਵਿੱਚ ਫਸ ਗਈ। 3D ਮੈਂ ਕਹਿਣਾ ਹੁੰਦਾ ਕਿ ਇੱਕ ਡੈਟ ਹੋ ਗਿਆ, ਇੱਕ ਡਿਸਟ੍ਰੈਸ ਹੋ ਗਈ, ਇੱਕ ਡੀਪੀਜੈਂਟੇਸ਼ਨ ਹੋ ਗਈ। ਤਾਂ ਇਸ ਤਰ੍ਹਾਂ ਕਰਜ਼ਾ ਵਧਿਆ। ਜਿਵੇਂ ਅੱਜ ਪੰਜਾਬ ਦੀ ਕਿਸਾਨੀ ਸਿਰ 10 ਲੱਖ ਹਰ ਇੱਕ ਘਰ ਸਿਰ ਐਵਰੇਜ ਕਰਜ਼ਾ। ਪੰਜਾਬ ਦੇ ਵਿੱਚ 16,600 ਜਿਹੜੀ 6 ਖੁਦਕੁਸ਼ੀਆਂ ਹੋ ਗਈਆਂ ਪਿਛਲੇ 16 ਸਾਲਾਂ ਦੇ ਵਿੱਚ। ਹਰ ਸਾਲ 1,000 ਖੁਦਕੁਸ਼ੀ ਹੋ ਜਾਂਦੀ ਹੈ, ਜਿਨ੍ਹਾਂ ਦੇ ਵਿੱਚੋਂ ਲਗਭਗ 2 ਕਿਸਾਨ ਤੇ 1 ਮਜ਼ਦੂਰ ਹਰ ਰੋਜ਼ ਖੁਦਕੁਸ਼ੀ ਕਰ ਰਹੇ ਨੇ। ਇਸੇ ਤਰ੍ਹਾਂ ਹੀ ਲੋਕ ਖੇਤੀ ਚੋਂ ਬਾਹਰ ਹੋਏ ਨੇ। ਇੰਡੀਆ ਲੈਵਲ ਤੇ 2,000 ਬੰਦੇ ਹਰ ਰੋਜ਼ ਖੇਤੀ ਚੋਂ ਬਾਹਰ ਹੁੰਦੇ ਨੇ ਕਿਸਾਨ। ਤਾਂ ਇਹ ਪੂਰੇ ਦਾ ਪੂਰਾ ਇੱਕ ਸੰਕਟ ਹੈ ਜਿਹੜਾ ਉਹ ਬਣਿਆ ਹੋਇਆ, ਜਿਹਨੂੰ ਅਸੀਂ ਇਹ ਸੰਕਟ ਕਿ ਜਦੋਂ ਇਹ ਮੋਡ ਆਫ ਪ੍ਰੋਡਕਸ਼ਨ ਜਿਹੜੀ ਇਹ ਨਵੇਂ ਕਾਨੂੰਨ ਨੇ, ਇਹਦੇ ਨਾਲ ਬੜੀ ਤੇਜ਼ੀ ਨਾਲ ਜਿੰਨੀ ਇੱਕ ਫਿਊਡਲਿਸਟਿਕ ਮੋਡ ਆਫ ਪ੍ਰੋਡਕਸ਼ਨ ਸਾਡੇ ਕੋਲ ਹੈਗੀ ਉਹ ਕੈਪੀਟਲਿਸਟਿਕ ਮੋਡ ਆਫ ਪ੍ਰੋਡਕਸ਼ਨ ਦੇ ਵਿੱਚ ਚੇਂਜ ਹੋ ਜੂ। ਤੇ ਪੂਰੀ ਕਿਸਾਨੀ ਇਸ ਕਿਉਂਕਿ ਰਿਲੇਸ਼ਨ ਆਫ ਪ੍ਰੋਡਕਸ਼ਨ ਹੈ ਜਿਹੜੇ ਹਾਲੇ ਸਾਡੇ ਫਿਊਡਲਿਸਟਿਕ ਨੇ, ਤਾਂ ਇੱਥੇ ਇੱਕ ਕ੍ਰਾਈਸਿਸ ਖੜਾ ਹੁੰਦਾ ਜਿਹਨੂੰ ਅਸੀਂ ਐਗਰੀਰੀਅਨ ਕ੍ਰਾਈਸਿਸ ਕਹਿੰਦੇ ਹਾਂ। ਇਹ ਕ੍ਰਾਈਸਿਸ ਹੈ ਜਿਹੜਾ ਕਾਨੂੰਨਾਂ ਨੇ ਬੜੀ ਤੇਜ਼ੀ ਨਾਲ ਹੋਰ ਤੇਜ਼ ਕਰ ਦੇਣਾ। ਇਹ ਕਾਨੂੰਨ ਕੋਈ ਇਸ ਤਰ੍ਹਾਂ ਹੀ ਹਵਾ ਚੋਂ ਨਹੀਂ ਆਏ ਜਿਵੇਂ ਤੁਸੀਂ ਕਿਹਾ ਜੀ, ਤੇ ਇਹ ਕਾਨੂੰਨਾਂ ਦੇ ਪਿੱਛੇ ਬੜਾ ਪਿਛੋਕੜ ਹੈ ਜੀ। ਜਿਵੇਂ ਅਸੀਂ ਦੇਖਿਆ ਕਿ ਸਾਡੀ ਇਸ ਜਿਹੜੀ ਖੇਤੀ ਦੀ ਮੰਡੀ ਹੈ ਇਹਦੇ ਉੱਤੇ ਬੜੇ ਲੰਬੇ ਸਮੇਂ ਤੋਂ ਇੱਕ ਮੰਨ ਲਾ ਕਾਰਪੋਰੇਟਸ ਦੀ ਬੜੀ ਵੱਡੀ ਜਿਹੜੀ ਅੱਖ ਸੀਗੀ ਕਿ ਇਸ ਦੇ ਵਿੱਚ ਐਂਟਰ ਕੀਤਾ ਜਾਵੇ। ਦੋ ਚੀਜ਼ਾਂ ਨੇ ਇਸ ਦੇ ਵਿੱਚ ਜਿਹੜਾ ਇਸ ਦੇ ਪਿਛੋਕੜ ਜੋ ਜਾਂਦੇ ਆ, ਇੱਕ WTO ਉਹਦੀਆਂ ਨੀਤੀਆਂ, ਇੱਕ ਕਾਰਪੋਰੇਟਾਂ ਦਾ ਖੇਤੀ ਦੀ ਮਾਰਕੀਟ ਉੱਤੇ ਕੰਟਰੋਲ ਕਰਨਾ। WTO ਦੇ ਵਿੱਚ ਸਾਡੇ ਕੋਲ AOA ਐਗਰੀਮੈਂਟ ਔਨ ਐਗਰੀਕਲਚਰ ਹੈ ਜਿਹੜਾ, ਉਹਦੀਆਂ ਮੀਟਿੰਗਾਂ ਦੇ ਵਿੱਚ ਇਹ ਹੁੰਦਾ ਰਿਹਾ ਕਿ ਤੁਸੀਂ ਖੇਤੀ ਨੂੰ ਸਪੋਰਟ ਨਾ ਦਿਓ। ਖੇਤੀ ਨੂੰ ਸਪੋਰਟ ਭਾਵੇਂ ਉਹ ਸਬਸਿਡੀ ਦੇ ਰੂਪ 'ਚ ਹੈ, ਭਾਵੇਂ MSP ਦੇ ਰੂਪ 'ਚ ਹੈ, ਤੇ ਭਾਵੇਂ ਉਹ ਪ੍ਰੋਕਿਉਰਮੈਂਟ ਕਰਨਾ
ਕਿ ਇੰਨਾ ਤੁਸੀਂ ਮਤਲਬ ਪ੍ਰੋਕਿਓਰ ਕਰਕੇ ਰੱਖੋਗੇ ਉਹਨਾਂ ਦਾ ਮਤਲਬ ਸ਼ੋਰਟ ਮਾਰਕੀਟ ਜਿਹੜੀ ਅਸੀਂ ਦੇ ਰਹੇ ਹਾਂ ਪਬਲਿਕ ਪ੍ਰੋਕਿਓਰਮੈਂਟ, ਜਾਂ ਖੇਤੀ ਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਸਬਸਿਡੀ, ਭਾਵੇਂ ਪਾਵਰ ਦੀ ਸਬਸਿਡੀ ਹੈ, ਇਹ ਸਾਰੀਆਂ ਸਬਸਿਡੀਆਂ ਉਹ ਵਰਜਿਤ ਕਰਦਾ ਹੈ WTO ਕਿ ਨਹੀਂ ਦੇਣੀਆਂ। ਇਸ ਉੱਤੇ ਬਾਲੀ ਦੀ ਮੀਟਿੰਗ ਜਿਹੜੀ ਹੁੰਦੀ ਹੈ ਉਹਦੇ ਵਿੱਚ ਸਾਨੂੰ ਇਹ ਸੀਗਾ ਕਿ ਦਸੰਬਰ 2018 ਤੱਕ ਅਸੀਂ ਵੱਧ ਤੋਂ ਵੱਧ 13 ਦੇ ਵਿੱਚ ਮੀਟਿੰਗ ਹੁੰਦੀ ਹੈ, ਉਦੋਂ ਸਾਨੂੰ 5 ਸਾਲ ਮਿਲ ਗਏ ਸੀਗੇ ਕਿ ਤੁਸੀਂ 5 ਸਾਲ ਦਸੰਬਰ 18 ਤੱਕ ਸਬਸਿਡੀ ਵੱਧ ਤੋਂ ਵੱਧ ਦੇ ਸਕਦੇ ਹੋ, ਉਸ ਤੋਂ ਬਾਅਦ ਸਾਨੂੰ ਬੰਦ ਕਰਨੀ ਪੈਣੀ ਹੈ। ਤੇ ਇਸ ਕਰਕੇ ਅਸੀਂ ਇਹ WTO ਦੇ ਪ੍ਰੈਸ਼ਰ ਕਰਕੇ, ਇਸੇ ਕਰਕੇ ਜਿਹੜੀ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਲਿਆਂਦੀ ਕਿ FCA ਨੂੰ ਬੰਦ ਕੀਤਾ ਜਾਵੇ, ਪਬਲਿਕ ਪ੍ਰੋਕਿਓਰਮੈਂਟ ਬੰਦ ਕੀਤੀ ਜਾਵੇ। ਇਹ ਪ੍ਰੈਸ਼ਰ ਸੀ ਇੱਕ ਤਾਂ WTO ਦਾ। ਦੂਜਾ ਪ੍ਰੈਸ਼ਰ ਇਹ ਸੀ ਕਿ ਕਾਰਪੋਰੇਟਾਂ ਦਾ, ਉਹ ਭਾਵੇਂ ਇੰਡੀਅਨ ਕਾਰਪੋਰੇਟ ਹੈ ਭਾਵੇਂ ਫੋਰਨ ਕਾਰਪੋਰੇਟ MNC ਨੇ, ਇਹ ਸਾਰੀਆਂ ਹੀ ਜਿਹੜੀਆਂ ਕਾਰਪੋਰੇਟਸ ਨੇ ਉਹਦਾ ਇਹ ਸਾਡੇ ਉੱਤੇ ਪ੍ਰੈਸ਼ਰ ਸੀਗਾ ਕਿ ਅਸੀਂ ਇਸ ਮਾਰਕੀਟ ਦੇ ਵਿੱਚ ਅਸੀਂ ਐਂਟਰ ਕਰਨਾ, ਕਿਉਂਕਿ ਇਹ ਬਹੁਤ ਵੱਡੀ ਮਾਰਕੀਟ ਹੈ। ਸਾਡੇ ਕੋਲ ਦੋ ਮਾਰਕੀਟਾਂ, ਸਭ ਤੋਂ ਵੱਡੀ ਜਿਹੜੀ ਮਾਰਕੀਟ ਹੈ ਫਾਰਮਾਸਿਊਟੀਕਲ ਹੈ, ਜਿਹੜੀਆਂ ਦਵਾਈਆਂ ਨੇ, ਤੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਐਗਰੀ ਬਿਜ਼ਨਸ ਆਉਣਾ। ਉਹਨਾਂ ਨੇ ਐਗਰੀ ਬਿਜ਼ਨਸ ਦੀ ਮੰਡੀ ਦੇ ਵਿੱਚ ਸਭ ਤੋਂ ਵੱਧ ਪ੍ਰੋਫਿਟ ਹੈ, ਇਸ ਦੇ ਵਿੱਚ ਐਂਟਰ ਕਰਨਾ ਸੀ। ਇਸ ਕਰਕੇ ਉਹਨਾਂ ਨੇ ਪ੍ਰੈਸ਼ਰ ਥੱਲੇ ਇਹ ਜਿਹੜੇ ਕਾਨੂੰਨ ਆਏ ਨੇ। ਪਰ ਸਾਨੂੰ ਦੇਖੋ ਇਹਦੇ ਵਿੱਚ ਕੀ ਹੈ ਕਿ ਇਹਦੇ ਵਾਸਤੇ ਕਰਨ ਵਾਸਤੇ ਸਾਨੂੰ ਕਰਨਾ ਚਾਹੀਦਾ ਸੀ ਕਿ ਇਹ ਤਿੰਨੇ ਕਾਨੂੰਨ, ਜਿਹੜਾ ਕਿਸਾਨ ਉਪਜ ਵਪਾਰ ਅਤੇ ਵਣਜ ਵਾਲਾ ਕਾਨੂੰਨ ਹੈ, ਉਹਦੇ ਵਿੱਚ ਇਹ ਹੈ ਕਿ APMC ਜਿਹੜੀਆਂ ਮੰਡੀਆਂ ਬਣੀਆਂ ਸੀ ਰੈਗੂਲੇਟਰ, ਉਹ ਖਤਮ ਕਰੋ, ਪ੍ਰਾਈਵੇਟ ਮੰਡੀਆਂ ਬਣਾਓ। ਉਹਦੀ ਥਾਂ ਤੇ ਦੂਜੀ ਦੀ ਕੀਮਤ ਗਰੰਟੀ ਤੇ ਖੇਤੀ ਸੇਵਾਵਾਂ ਵਾਲਾ, ਜਿਹਨੂੰ ਕੰਟਰੈਕਟ ਫਾਰਮਿੰਗ ਕਹਿੰਦੇ ਨੇ, ਇਹ ਵੀ ਉਹਦੇ ਨਾਲ ਜੁੜਿਆ ਹੋਇਆ ਕਿ ਕੰਟਰੈਕਟ ਫਾਰਮਿੰਗ ਕਰੋ, ਲੋਕਾਂ ਤੋਂ ਕਰੋ। ਮੈਂ 3-4 ਤਰ੍ਹਾਂ ਦੀ ਕੰਟਰੈਕਟ ਫਾਰਮਿੰਗ ਹੈ ਕਿ ਪ੍ਰਾਈਸ ਦੇ ਦਿਓ ਜਾਂ ਇਨਪੁਟ ਦੇ ਕੇ ਉਹਨਾਂ ਤੋਂ ਪੈਦਾ ਕਰਾ ਲਓ, ਜਾਂ ਆਪ ਜ਼ਮੀਨ ਠੇਕੇ ਤੇ ਲੈ ਲਓ। ਵੱਖ-ਵੱਖ ਕੰਟਰੀਆਂ 'ਚ ਕੰਟਰੈਕਟ ਫਾਰਮਿੰਗ ਦੀਆਂ ਕਈ ਕਿਸਮਾਂ ਨੇ, ਤੇ ਇਹ ਸਾਰੇ ਦੇ ਵਿੱਚ ਕੀ ਹੈ ਕਿ ਅਸੀਂ ਕੰਟਰੈਕਟ ਫਾਰਮਿੰਗ ਕਰਾਂਗੇ, ਅਸੀਂ ਫਸਲਾਂ ਜਿਹੜੀਆਂ ਉਹ ਤੁਹਾਨੂੰ ਦੱਸਾਂਗੇ ਕਿਹੜੀਆਂ ਬੀਜਣੀਆਂ ਨੇ, ਫਿਰ ਉਹਦਾ ਕਿੰਨਾ ਕੁ ਅਸੀਂ ਖਰੀਦਣਾ ਉਹ ਖਰੀਦਾਂਗੇ, ਬਾਕੀ ਜਿਹੜੀ ਮਾਰਕੀਟ ਦੇ ਵਿੱਚ ਪਈ ਰਹੂਗੀ। ਇਹਦੇ ਨਾਲ ਹੀ ਜੁੜੇ ਜਿਹੜਾ ECA ਐਕਟ ਹੈਗਾ, ਜਿਹਦੇ ਵਿੱਚ ਇਹ ਸੀਗਾ ਕਿ ਜ਼ਖੀਰੇਬਾਜ਼ੀ, ਜਿਹਨੂੰ ਅਸੀਂ ਸਟੋਰੇਜ ਕਹਿੰਦੇ ਹਾਂ, ਕਿ ਕਿੰਨਾ ਮਰਜ਼ੀ ਕਰ ਲਓ। ਇਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਕਾਨੂੰਨ ਨੇ ਜਿਹੜੇ ਤਿੰਨੇ ਆਏ, ਤਾਂ ਕਿ ਇਹ ਪੂਰਾ ਦਾ ਪੂਰਾ ਜਿਹੜਾ ਮੰਡੀ ਦੇ ਉੱਤੇ ਕੰਟਰੋਲ ਹੋ ਜੇ। ਤਾਂ ਇਹ ਇਸੇ ਕਰਕੇ ਸਰਕਾਰੀ ਜਿਹੜੀ ਮੰਡੀ ਹੈ ਜਿਹੜੀ ਉਹਨੂੰ ਖਤਮ ਕਰਨਾ, ਉਹਦੇ ਮੁਕਾਬਲੇ 'ਚ ਪ੍ਰਾਈਵੇਟ ਮੰਡੀ ਲਿਆਉਣੀ, ਸਾਰੀਆਂ ਸਬਸਿਡੀਆਂ ਖਤਮ ਕਰੀਆਂ, ਪਬਲਿਕ ਪ੍ਰੋਕਿਓਰਮੈਂਟ ਤੇ MSP ਖਤਮ ਕਰਨੀ, ਜਿਹਦਾ ਖਰਚਾ ਆਮ ਤੌਰ ਤੇ ਸਰਕਾਰ ਕਹਿੰਦੀ ਹੈ ਕਿ ਇਹ ਚੱਲੂਗੀ, ਤੇ ਕਿਸਾਨ ਕਹਿੰਦੇ ਨੇ ਤੇ ਹੋਰ ਬੁੱਧੀਜੀਵੀ ਕਹਿੰਦੇ ਨੇ ਕਿ ਇਹ ਨਹੀਂ ਚੱਲੂਗੀ। ਇਹ MSP ਨੂੰ ਚੱਕਣ ਕਰਕੇ ਇੰਨਾ ਪ੍ਰੈਸ਼ਰ ਪਿਆ ਹੋਇਆ ਕਿ ਇਹ ਅਸੀਂ ਨਹੀਂ ਦੇ ਸਕਦੇ WTO ਕਰਕੇ, ਤੇ ਕਾਰਪੋਰੇਟ ਵੀ ਇਹਨੂੰ ਨਹੀਂ ਦੇਣਾ ਚਾਹੁੰਦੇ। ਤਾਂ ਇਹ ਇਹਨਾਂ ਪ੍ਰੈਸ਼ਰਾਂ ਕਰਕੇ ਸਾਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਹ ਜਿਹੜੇ ਕਾਨੂੰਨ ਨੇ ਜਿਹੜੇ ਉਹ ਕਾਰਪੋਰੇਟਾਂ ਦੇ ਪ੍ਰੈਸ਼ਰ ਕਰਕੇ ਇਹਨੇ ਕਾਰਪੋਰੇਟ ਦੇ ਉੱਤੇ ਕੰਟਰੋਲ ਕਰੂਗਾ, ਤੇ ਉਸਨੇ ECA ਦੇ ਵਿੱਚ ਇਸ ਤਰ੍ਹਾਂ ਕੰਟਰੋਲ ਕਰ ਲੈਣਾ ਕਿ ਉਹ ਜਦੋਂ ਖਰੀਦੂਗਾ ਉਦੋਂ ਉਹ ਔਲੀਗੋਪੋਲ ਜਾਂ ਮੋਨੋਪਸੋਨੀ ਅਸੀਂ ਕਹਿੰਦੇ ਹਾਂ ਕਿ ਇੱਕੋ ਹੀ ਬੰਦਾ ਖਰੀਦ ਜਾਂ 5-7 ਬੰਦੇ ਖਰੀਦ ਕਰਨ ਵਾਲੇ ਹੋਣਗੇ। ਜਦੋਂ ਖਰੀਦ ਫਾਰਮਰ ਤੋਂ ਪ੍ਰੋਡਿਊਸ ਖਰੀਦ ਕਰਨੀ ਹੈ ਉਦੋਂ ਵੀ ਉਹ ਘੱਟ ਰੇਟ ਤੇ ਲੈਣਗੇ ਕਿਉਂਕਿ ਥੋੜੇ ਨੇ। ਜਦੋਂ ਉਹਨਾਂ ਨੇ ਅੱਗੇ ਜਾ ਕੇ ਵੇਚਣੀ ਹੈ ਲੋਕਾਂ ਨੂੰ, ਕੰਜ਼ਿਊਮਰ ਨੂੰ, ਉਦੋਂ ਵੀ ਉਹ ਇਕੱਲੇ ਜਾਂ ਥੋੜੇ ਬੰਦੇ ਵੇਚਣ ਵਾਲੇ ਹੋਣਗੇ। ਤਾਂ ਉਦੋਂ ਵੀ ਅਸੀਂ ਇਹ ਮਾਰਕੀਟ ਦੀਆਂ ਦੋ ਕੰਡੀਸ਼ਨਾਂ ਸਭ ਤੋਂ ਜਿਹੜੀਆਂ ਮਾਰੀਆਂ ਕੰਡੀਸ਼ਨਾਂ ਹੁੰਦੀਆਂ ਨੇ, ਜਿਹਦੇ ਵਿੱਚ ਮੋਨੋਪੋਲੀ ਹੁੰਦੀ ਹੈ, ਜੇ ਔਲੀਗੋਪੋਸੋਨੀ ਜਾਂ ਮੋਨੋਪੋਸੋਨੀ ਹੁੰਦੀ ਹੈ। ਦੋਵੇਂ ਕੰਡੀਸ਼ਨਾਂ ਜਿਹੜੀਆਂ ਇੱਥੇ ਹੋਣਗੀਆਂ ਕਿ ਖਰੀਦ ਵੇਲੇ ਵੀ ਲੁੱਟੋ ਪ੍ਰੋਡਿਊਸਰ ਨੂੰ, ਵੇਚਣ ਵਾਲੇ ਕੰਜ਼ਿਊਮਰ ਨੂੰ ਲੁੱਟੋ, ਇਹ ਦੋਵੇਂ ਬਣਨ ਜਾ ਰਹੀਆਂ ਨੇ ਜਿਹੜੀਆਂ ਇਹ ਜਿਹੜਾ ਜਿਹੜੀ ਹੈ ਨਵੀਆਂ ਜਿਹੜੇ ਕਾਨੂੰਨ ਨੇ, ਇਹ ਖੇਤੀ ਦੇ ਸੰਕਟ ਨੂੰ ਹੋਰ ਐਗਰਾਵੇਟ ਕਰਨਗੇ, ਇਹ ਪ੍ਰੋਡਿਊਸਰ ਨੂੰ, ਫਾਰਮਰ ਨੂੰ ਵੀ ਲੁੱਟਣਗੇ, ਇਹ ਜਿਹੜਾ ਕੰਜ਼ਿਊਮਰ ਹੈ, ਉਪਭੋਗੀ ਹੈ, ਉਹਨੂੰ ਵੀ ਲੁੱਟਣਗੇ। ਇਹਦੇ ਵਿੱਚ ਜਿਹੜਾ ਵੇਜ ਲੇਬਰ ਹੈ, ਕਿਉਂਕਿ ਵੇਜ ਦੀ ਸਪਲਾਈ ਵੱਧ ਜਾਣੀ ਹੈ ਜਿਹੜੀ ਲੇਬਰਰ ਦੀ, ਤੇ ਵੇਜੇਜ ਵੀ ਘਟਣ ਦੇ, ਤੇ ਲੇਬਰ ਨੂੰ ਵੀ ਇਹਦੇ ਨਾਲ ਨੁਕਸਾਨ ਹੋਣ ਦੇ ਜਿਹੜੇ ਖਦਸ਼ੇ ਨੇ। ਸਾਨੂੰ ਇਹ ਕਾਨੂੰਨਾਂ ਬਾਰੇ ਦੇਖਣਾ ਪਊਗਾ ਕਿ ਇਹ ਜਿਹੜੀ ਇਹਨਾਂ ਕਾਨੂੰਨਾਂ ਦੇ ਖਿਲਾਫ ਜਿਹੜੀ ਐਡੀ ਵਿਆਪਕ ਜਿਹੜੀ ਸੰਘਰਸ਼ ਹੋਇਆ, ਇਹਦੇ ਵਿੱਚ ਇਕੱਲੇ ਕਿਸਾਨ ਨਹੀਂ, ਤੇ ਕਿਸਾਨਾਂ ਦੇ ਨਾਲ ਮਜ਼ਦੂਰ ਤੇ ਬਾਕੀ ਜਿਹੜੇ ਸਾਰੇ ਤਬਕੇ ਨੇ ਉਹ ਜੁੜ ਕੇ, ਇਹ ਪਹਿਲੀ ਵਾਰੀ ਹੋਇਆ ਹਿਸਟਰੀ ਦੇ ਵਿੱਚ ਕਿ ਐਡੀ ਵੱਡੀ ਇੱਕ ਵਿਆਪਕ ਮੂਵਮੈਂਟ ਹੈ ਜਿਹੜੀ ਉਹ ਬਣੀ ਹੋਵੇ। ਤੇ ਇਹ ਵੀ ਪਹਿਲੀ ਵਾਰੀ ਹੋਇਆ ਕਿ ਕੋਈ ਮੂਵਮੈਂਟ ਸਿੱਧੀ ਕਾਰਪੋਰੇਟਾਂ ਦੇ ਮਤਲਬ ਖਿਲਾਫ ਗਈ ਹੋਵੇ। ਹਾਲ ਤੱਕ ਅਸੀਂ ਪੁਰਾਣੀ ਹਿਸਟਰੀ ਦੇ ਵਿੱਚ ਦੇਖਿਆ, ਬਿਰਲਾ, ਟਾਟਾ, ਇੱਥੇ ਬਹੁਤ ਸਾਰੇ ਵੱਡੇ ਕਾਰਪੋਰੇਟ ਰਹੇ ਨੇ, ਪਰ ਕਦੇ ਕਿਸੇ ਨੇ ਸਿੱਧੀ ਉਹਦੇ ਉੱਤੇ ਇਸ ਤਰ੍ਹਾਂ ਉਂਗਲ ਨਹੀਂ ਰੱਖੀ ਕਿ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹ ਤਾਂ ਕਾਰਪੋਰੇਟਾਂ ਦੇ ਖਿਲਾਫ ਸਿੱਧੀਆਂ ਲੜੀਆਂ ਹੀ। ਜਿਹੜੀਆਂ ਸਿਆਸੀ ਪਾਰਟੀਆਂ ਨੇ, ਭਾਵੇਂ ਕਾਂਗਰਸ ਹੈ, ਉਹਨਾਂ ਨੇ ਵੀ ਸਿੱਧਾ ਹੀ ਜਿਹੜਾ ਕਾਰਪੋਰੇਟਾਂ ਦੇ ਨਾਲ ਲੜਾਈ ਬਣਾਈ ਹੈ। ਇਸ ਕਰਕੇ ਇਹ ਇੱਕ ਵੱਖਰੇ ਤਰ੍ਹਾਂ ਦੀ ਜਿਹੜੀ
ਜਿਹੜੀ ਮੂਵਮੈਂਟ ਹੈ, ਵੱਖਰੇ ਤਰ੍ਹਾਂ ਦਾ ਕਿਸਾਨੀ ਸੰਘਰਸ਼ ਹੈ, ਜਿਹਦੇ ਵਿੱਚ ਇਕੱਲੇ ਕਿਸਾਨ ਹੀ ਨਹੀਂ, ਸਾਰੇ ਤਬਕੇ ਜਿਹੜੇ ਉਹ ਲੜੇ ਤੇ ਸਿੱਧਤ ਹੋਇਆ ਇੱਕ ਕਾਰਪੋਰੇਟ ਨੂੰ। ਇਹ ਇੱਕ ਨਵੀਂ ਗੱਲ ਇਹਦੇ ਵਿੱਚੋਂ ਦੇਖਣ ਨੂੰ ਮਿਲੀ ਹੈ। ਹੁਣ ਇਹ ਹੈ ਕਿ ਆਉਣ ਵਾਲੇ ਸਮੇਂ 'ਚ ਜਿਵੇਂ ਆਪਾਂ ਇਹ ਦੇਖੀਏ ਵੀ ਕੀ ਹੋ ਸਕਦਾ, ਜਿਵੇਂ ਪੰਜਾਬ ਨੇ ਇਹਨੂੰ ਇਹ ਮਤਲਬ ਕੀਤਾ ਕਿ ਆਪਣੇ ਇੱਕ ਕਾਨੂੰਨ ਹੈ ਜਿਹੜੇ ਉਹ ਬਣਾਏ, ਤੇ ਇਸੇ ਤਰ੍ਹਾਂ ਹੀ ਇਹ ਹੋ ਸਕਦਾ ਕਿ ਘੱਟੋ ਘੱਟ ਜਿਵੇਂ ਰਾਜਸਥਾਨ ਦੇ ਵਿੱਚ ਵੀ ਗੱਲ ਚੱਲੀ, ਉੱਥੇ ਬਣ ਰਹੇ ਨੇ, ਹੋਰ ਛੱਤੀਸਗੜ੍ਹ ਤੇ ਬਾਕੀ ਜਿਹੜੀਆਂ ਚਲੋ ਘੱਟੋ ਘੱਟ ਐਂਟੀ ਬੀਜੇਪੀ ਜਾਂ ਕਾਂਗਰਸ ਦੀਆਂ ਸਰਕਾਰਾਂ ਨੇ, ਉਹਨਾਂ ਸਟੇਟਾਂ ਦੇ ਵਿੱਚ ਇਹ ਜਿਹੜੇ ਕਾਨੂੰਨ ਇਸ ਤਰ੍ਹਾਂ ਬਣ ਸਕਦੇ। ਫਿਰ ਇਹਦੇ ਨਾਲ ਕੀ ਹੋਊਗਾ ਕਿ ਇੱਕ ਪ੍ਰੈਸ਼ਰ ਬਣ ਸਕਦਾ ਸਟੇਟ ਦੇ, ਤਾਂ ਇਹਦੇ ਨਾਲ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਦੇ ਲਈ ਕਰਨ ਲਈ ਇਹ ਹੈ ਕਿ ਘੱਟੋ ਘੱਟ ਸਾਨੂੰ ਮਿਨੀਮਮ ਜਿਹੜੀ ਸਪੋਰਟ ਪ੍ਰਾਈਸ ਹੈ ਉਹਦੇ ਉੱਤੇ ਲੜਨਾ ਚਾਹੀਦਾ ਕਿ ਇਹ ਜੇਕਰ ਸਰਕਾਰ, ਕੇਂਦਰ ਸਰਕਾਰ ਸਾਨੂੰ ਇਹ ਕਹਿੰਦੀ ਹੈ ਕਿ ਇਹ ਜਾਊਗੀ ਨਹੀਂ, ਇਹ ਰਹੂਗੀ, ਤਾਂ ਜਿਹੜੀ ਗੱਲ ਉਹ ਮੰਨ ਰਹੀ ਹੈ ਕੇਂਦਰ ਸਰਕਾਰ ਕਿ ਇਹ ਰਹਿਣੀ ਹੈ, ਤਾਂ ਉਹਦੇ ਵਿੱਚ ਉਹਨੂੰ ਕੋਈ ਹਰਜ ਨਹੀਂ ਹੋਣਾ ਚਾਹੀਦਾ ਕਾਨੂੰਨ ਬਣਾਉਣ ਦਾ, ਤਾਂ ਉਹਨੂੰ ਕਾਨੂੰਨੀ ਮਾਨਤਾ ਦੇਵੇ, ਕਾਨੂੰਨ ਬਣਾ ਕੇ ਦੇਵੇ ਕਿ ਅਸੀਂ ਖਰੀਦਾਂਗੇ। ਤਾਂ ਇਸ ਉੱਤੇ ਪ੍ਰੈਸ਼ਰ ਪਾਉਣਾ ਚਾਹੀਦਾ, ਕੱਲਾ MSP ਨਹੀਂ। ਇਸ ਤੋਂ ਪਹਿਲਾਂ ਵੀ ਸਾਡੇ ਕੋਲੇ ਮੰਗਾਂ ਸੀਗੀਆਂ, MSP ਵੀ ਜੋ ਸਾਨੂੰ ਹੁਣ ਮਿਲ ਰਹੀ ਹੈ ਉਹਦੇ ਵਿੱਚ ਸਵਾਮੀਨਾਥਨ ਦੀ ਅਸੀਂ ਮਤਲਬ ਗੱਲ ਕਰ ਰਹੀ ਸੀ, ਕਿਸਾਨ ਜਥੇਬੰਦੀਆਂ ਹੋਰ ਬੁੱਧੀਜੀਵੀ ਵੀ ਗੱਲ ਕਰ ਰਹੇ ਸੀ ਕਿ ਸਵਾਮੀਨਾਥਨ ਮੁਤਾਬਕ MSP ਫਿਕਸ ਕਰੋ, ਉਹਦੇ ਵਿੱਚ C2 ਤੇ 50% ਦਿਓ। ਈਵਨ ਸਵਾਮੀਨਾਥਨ ਵੀ ਰਮੇਸ਼ ਚੰਦ ਕਮੇਟੀ ਨੇ ਕਿਹਾ ਸੀ ਕਿ C2 ਵੀ ਜਿਹੜਾ ਬਣਾਉਣਾ ਹੈ ਉਹਦੇ ਵਿੱਚ ਵੀ ਜਿਹੜਾ ਕਿਸਾਨ ਹੈ ਉਹਨੂੰ ਆਪਾਂ ਇਹ ਮੰਨੀਏ ਕਿ ਇਹ ਇੱਕ ਟੈਕਨੀਕਲ ਜਿਹੜਾ ਸਕਿਲਡ ਵਰਕਰ ਹੈ, ਇਹਦੀ ਦਿਹਾੜੀ ਵੱਧ ਪਾਓ, ਉਹਦੇ ਵਿੱਚ ਹੋਰ ਖਰਚੇ ਵੀ ਪਾਓ, ਉਹਦੇ ਵਿੱਚ ਜਿਹੜਾ ਪੂੰਜੀ ਆ ਉਹਦਾ ਵਿਆਜ 3 ਮਹੀਨਿਆਂ ਦਾ ਨਹੀਂ 6 ਮਹੀਨਿਆਂ ਦਾ ਪਾਓ, ਉਹਦੇ ਵਿੱਚ ਫਸਲ ਜਿਹੜੀ ਆਪਣੀ ਜ਼ਮੀਨ ਹੈ ਉਹਦਾ ਠੇਕਾ ਪਾਓ, ਫਸਲ ਨੂੰ ਮੰਡੀ ਤੱਕ ਲਿਜਾਣ ਦੇ ਖਰਚੇ ਪਾਓ, ਮੈਨੇਜਮੈਂਟ ਦੇ ਖਰਚੇ ਪਾਓ, ਤਾਂ ਫਿਰ ਕਿਸਾਨ ਨੂੰ 10% ਹੋਰ ਦਿਓ, ਉਹਨੂੰ ਵੀ ਬਚਣਾ ਚਾਹੀਦਾ ਕੁਛ। ਇਹ ਸਾਰਾ ਕੁਛ, ਇਹ ਸਾਰੀਆਂ ਕਮੇਟੀਆਂ ਸਰਕਾਰ ਦੀਆਂ ਆਪਣੀ ਕਮੇਟੀਆਂ ਨੇ, ਆਪਣੀ ਕਮਿਸ਼ਨ ਨੇ, ਉਹ ਚੀਜ਼ਾਂ ਵੀ ਸਾਨੂੰ ਰੱਖਣੀਆਂ ਚਾਹੀਦੀਆਂ ਨੇ ਕਿ ਕਿਉਂਕਿ ਦੇਖੋ ਇਸ ਵਾਰੀ 3.5% ਹੈ ਜਿਹੜਾ MSP ਦੇ ਵਿੱਚ ਵਾਧਾ ਕੀਤਾ। ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਤੁਸੀਂ ਦੇਖੋ ਕਿ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਉਸ ਤੋਂ 1 ਸਾਲ ਪਹਿਲਾਂ ਦੀ MSP ਦੇਖ ਲਓ, ਉਹਦੇ ਵਿੱਚ ਕਿੰਨਾ ਜ਼ਿਆਦਾ ਵਾਧਾ ਹੁੰਦਾ। ਜਦੋਂ ਸਰਕਾਰਾਂ ਜਿੱਤ ਕੇ ਮਤਲਬ ਸਰਕਾਰ ਬਣ ਜਾਂਦੀ ਹੈ ਕੇਂਦਰ ਦੇ ਵਿੱਚ, ਅਗਲੇ ਸਾਰੀ MSP ਜਿਹੜੀ ਘਟ ਜਾਂਦੀ ਹੈ, ਤਾਂ ਹੋ ਸਕਦਾ ਕਿ ਸਰਕਾਰ ਆਉਣ ਵਾਲੇ ਸਮੇਂ 'ਚ ਇਹਨੂੰ 1% ਵਧਾਵੇ, ਫਿਰ ਅੱਧਾ % ਵਧਾਵੇ, ਤਾਂ ਸਾਡੇ ਖਰਚੇ ਜਦੋਂ ਵੱਧ ਗਏ ਤਾਂ MSP ਤੇ ਮਾਰਕੀਟ ਪ੍ਰਾਈਸ ਇੱਕੋ ਜਿਹਾ ਹੋ ਜਾਣਾ। ਇਸ ਗੱਲ ਦੀ ਮੰਗ ਸਾਨੂੰ ਰੱਖਣੀ ਚਾਹੀਦੀ ਹੈ ਕਿ ਸਾਨੂੰ MSP ਵੀ, ਕਿਉਂਕਿ ਕੇਂਦਰ ਸਰਕਾਰ ਆਪ ਫਿਕਸ ਕਰਦੀ ਹੈ, ਪੁਰਾਣੇ ਡਾਟੇ ਦੇਖ ਕੇ ਦੇਖੋ ਕਿ ਇਹ ਕੋਈ ਜ਼ਰੂਰੀ ਨਹੀਂ ਕਿ ਉਹ ਸਹੀ ਫਿਕਸ ਕਰੂਗੀ, ਕਿਉਂਕਿ ਉਹ ਚੀਜ਼ਾਂ ਵੀ ਜੋੜ ਲੈਂਦੀ ਹੈ ਕਿ ਮੈਂ ਇੰਟਰਨੈਸ਼ਨਲ ਪ੍ਰਾਈਸ, ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਿੰਨਾ ਪ੍ਰੋਡਕਸ਼ਨ ਹੋਇਆ, ਸਾਰਾ ਕੁਝ ਦੇਖਦੇ ਨੇ, ਜਦੋਂ ਕਿ ਇਹ ਦੇਖਣੇ ਨਹੀਂ ਹੁੰਦੇ ਸਾਡੇ ਕਾਸਟ ਕਨਸੈਪਟਾਂ ਮੁਤਾਬਕ। ਤਾਂ ਸਾਨੂੰ MSP ਨੂੰ ਠੀਕ ਕਰਾਉਣਾ, ਇਹਦੇ ਨਾਲ ਹੀ ਸਾਨੂੰ ਕਰਜ਼ੇ ਦੀ ਸਮੱਸਿਆ ਦਾ ਹੱਲ ਕਰਨਾ, ਲੋਕਾਂ ਦੀ ਮਿਨੀਮਮ ਇਨਕਮ ਨੂੰ ਦੇਖਣਾ, ਜੇਕਰ ਕ੍ਰੌਪ ਫੇਲ ਹੋ ਜਾਂਦੀ ਹੈ ਤਾਂ ਉਹਦਾ ਕੋਈ ਕੰਪਨਸੇਸ਼ਨ ਦੇਣਾ, ਕ੍ਰੌਪ ਜਿਹੜੀ ਇੰਸ਼ੋਰੈਂਸ ਸਕੀਮ ਨਹੀਂ, ਕ੍ਰੌਪ ਦਾ ਕੰਪਨਸੇਸ਼ਨ ਹੋਵੇ ਕਿ ਜਿਹਦਾ ਮਰ ਗਈ ਉਹਨੂੰ ਦਿੱਤਾ ਜਾਵੇ। ਇਸੇ ਤਰ੍ਹਾਂ ਜੇਕਰ ਕੋਈ ਬੰਦਾ ਖੁਦਕੁਸ਼ੀ ਕਰ ਲੈਂਦਾ, ਕੋਈ ਕਿਸਾਨ ਮਜ਼ਦੂਰ, ਉਹਨਾਂ ਨੂੰ ਉਹਦੇ ਵਾਸਤੇ ਕੋਈ ਪਾਲਿਸੀ ਬਣੇ ਕਿ ਆਪਣੇ ਆਪ ਜਿਹੜਾ ਉਹਨੂੰ ਕੰਪਨਸੇਸ਼ਨ ਮਿਲਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਵਾਸਤੇ ਕਿਸਾਨਾਂ ਨੂੰ ਲੜਨਾ ਚਾਹੀਦਾ। ਤੇ ਹੋਰ ਜਿਹੜੇ ਤਬਕੇ ਦੇ ਵਿੱਚ ਆਏ ਨੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ, ਮਜ਼ਦੂਰਾਂ ਦੀਆਂ ਮੰਗਾਂ ਨੇ, ਔਰਤਾਂ ਦੀਆਂ ਮੰਗਾਂ ਨੇ, ਉਹ ਸਾਰੀਆਂ ਮੰਗਾਂ ਉੱਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੰਘਰਸ਼ ਕਰਨਾ ਚਾਹੀਦਾ। ਅਸੀਂ ਜਦੋਂ ਇਹ ਦੇਖਦੇ ਕਿ 2.5 ਏਕੜ ਵਾਲਾ ਜਾਂ 3-4 ਏਕੜ ਵਾਲਾ, 5 ਏਕੜ ਵਾਲਾ ਕਿਸਾਨ, ਤਾਂ ਪੂਰੀ ਇੰਡੀਆ ਦੇ ਵਿੱਚ ਇਹ 86% ਇਹੋ ਜਿਹੇ ਕਿਸਾਨ ਨੇ ਜਿਨ੍ਹਾਂ ਕੋਲ 5 ਏਕੜ ਤੱਕ ਜ਼ਮੀਨ ਹੈ। ਕਿਸੇ ਕੋਲੇ 4 ਏਕੜ ਹੈ, ਕਿਸੇ ਕੋਲੇ 3 ਏਕੜ ਹੈ। 2.5 ਏਕੜ ਤੋਂ ਹੇਠਾਂ ਵਾਲੇ 1, 1.5, ਪੌਣੇ 2, 2, ਸਵਾ 2 ਵਾਲੇ, ਇਹ ਵੀ 67% ਨੇ ਇਹਨਾਂ ਚੋਂ। ਵੀ ਬਹੁਤ ਵੱਡੀ ਗਿਣਤੀ, ਮਤਲਬ ਸਾਡੇ ਕੋਲੇ 2 ਪੌਣੇ 2 ਏਕੜ ਵਾਲੀ ਹੈ। ਤਾਂ ਇਹਦੇ ਉੱਤੇ ਜਿਸ ਤਰ੍ਹਾਂ ਦੀ ਖੇਤੀ ਹੋ ਰਹੀ ਹੈ ਜਿਹੜੀ, ਤਾਂ ਉਸ ਖੇਤੀ ਚੋਂ ਕੁਝ ਨਹੀਂ ਬਣਦਾ। ਦੇਖੋ ਸਾਡੇ ਕੋਲ ਸਰਕਾਰੀ ਡਾਟੇ ਨੇ ਜਿਹੜੇ, ਈਵਨ ਉਹ ਸਾਰੀ ਕਿਸਾਨੀ ਦੇ, ਪੂਰੀ ਕਿਸਾਨੀ ਇੰਡੀਆ ਦੇ ਵਿੱਚ 2.5 ਏਕੜ ਐਵਰੇਜ ਆਉਂਦੀ ਹੈ। ਪੰਜਾਬ ਦੇ ਵਿੱਚ 4 ਏਕੜ, ਜਿਹੜੀ 2.5 ਏਕੜ ਹੈ, ਪੰਜਾਬ ਦੇ ਵਿੱਚ 4 ਹੈਕਟੇਅਰ ਹੈ, 10 ਏਕੜ ਹੈ। ਤਾਂ ਇਹਦੇ ਵਿੱਚ ਸਾਨੂੰ ਕੀ ਹੈ ਕਿ 12-13 ਦਾ ਡਾਟਾ ਸਾਡੇ ਕੋਲੇ 2012-13 ਦਾ ਮਿਲਦਾ। 3300 ਰੁਪਇਆ ਆਮਦਨ ਇੱਕ ਮਹੀਨੇ ਦੀ ਇੱਕ ਪਰਿਵਾਰ ਨੂੰ ਹੁੰਦੀ ਹੈ ਖੇਤੀ ਤੋਂ। ਇਸੇ ਤਰ੍ਹਾਂ ਹੀ ਉਹ ਕੁਝ ਹੋਰ ਵੀ ਕਰਦਾ, ਕਿਉਂਕਿ ਛੋਟਾ ਕਿਸਾਨ ਬਾਕੀਆਂ ਦੇ ਵਿੱਚ ਮਾੜਾ ਮੋਟਾ ਕਿਤੇ ਨਾ ਕਿਤੇ ਕੁਝ ਹੋਰ ਵੀ ਕੰਮ ਕਰਦਾ, ਉਹਦੇ ਨਾਲ 6400 ਬਣ ਜਾਂਦੀ। ਜਿਹਨੂੰ
ਜਿਹੜੀ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਅਸੀਂ 2022 ਦੇ ਵਿੱਚ ਦੁੱਗਣੀ ਕਰਕੇ 64,000 ਤੋਂ 12,800 ਕਰ ਦੇਵਾਂਗੇ ਜੀ। ਤਾਂ ਹੁਣ ਸਾਡੇ ਇਹ ਹੈਗਾ ਕਿ ਇਸ ਆਮਦਨ ਨਾਲ ਇੱਕ ਬੰਦਾ ਕੋਈ ਵੀ ਵਧੀਆ ਲਾਈਵਲੀਹੁੱਡ ਰਹਿ ਨਹੀਂ ਸਕਦਾ। ਉਹ ਆਪਣਾ ਜਿਹੜਾ ਨਾ ਤਾਂ ਘਰ ਦੇ ਖਰਚੇ, ਨਾ ਖੇਤੀ ਦੇ ਖਰਚੇ, ਨਾ ਬੱਚੇ ਦੀ ਪੜ੍ਹਾਈ, ਨਾ ਕੋਈ ਹੈਲਥ ਦਾ ਕੁਝ ਵੀ, ਉਹਦੀ ਜਿਹੜੀ ਰਹਿਣ ਯੋਗਤਾ ਉਹ ਬਹੁਤ ਵਧੀਆ ਨਹੀਂ ਹੋ ਸਕਦੀ। ਜੀ ਇਹਦੇ ਵਿੱਚ ਸਾਨੂੰ ਇਸ ਕਰਕੇ ਸਾਨੂੰ ਇਹ ਹੈ ਕਿ ਇਸ ਦੇ ਵਿੱਚ ਸਾਨੂੰ ਸ਼ਿਫਟ ਕਰਨਾ ਪਊਗਾ। ਜਿਵੇਂ ਤੁਸੀਂ ਕਿਹਾ ਕਿ ਇੱਥੇ ਨਹੀਂ, ਸਾਨੂੰ ਇਹਨੂੰ ਕਿਸੇ ਹੋਰ ਰੂਪ ਦੇ ਵਿੱਚ ਬਦਲਣਾ ਪਊਗਾ। ਇੱਕ ਤਾਂ ਇਹ ਹੈ ਕਿ ਜਿਹੜੇ ਨਵੇਂ ਕਾਨੂੰਨ ਆਏ ਨੇ, ਜਦੋਂ ਅਸੀਂ ਇਹ ਦੇਖ ਲੈਂਦੇ ਪਤਾ ਨਹੀਂ ਇਹਨਾਂ ਨੇ ਕੋਈ ਹੱਲ ਕਰ ਦੇਣਾ, ਇਹ ਕੋਈ ਹੱਲ ਨਹੀਂ ਦੇਣਗੇ। ਇਹ ਨਵੇਂ ਕਾਨੂੰਨ ਆ ਜਿਹੜੇ ਇਹਨੂੰ ਹੋਰ ਇਸ ਕ੍ਰਾਈਸਿਸ ਨੂੰ ਵਧਾਉਣਗੇ। ਪਰ ਸਾਨੂੰ ਇਹਦੀ ਥਾਂ ਤੇ ਇੱਕ ਅਲਟਰਨੇਟਿਵ ਜਿਹੜਾ ਮਾਡਲ ਉਹ ਡਿਵੈਲਪ ਕਰਨਾ ਚਾਹੀਦਾ ਕਿ ਸਾਡੇ ਜਿਵੇਂ ਇਹ ਹੋਵੇ ਕਿ ਐਗਰੋ ਬੇਸਡ ਇੰਡਸਟਰੀ ਲੱਗੇ, ਉਹ ਪਿੰਡਾਂ ਦੇ ਵਿੱਚ ਲੱਗੇ, ਉੱਥੇ ਜਿਹੜੀ ਪਾਪੂਲੇਸ਼ਨ ਹੈ ਉਹਦੇ ਵਿੱਚ ਉੱਥੋਂ ਇਨਪੁੱਟ ਵੀ ਆਊਗਾ ਤੇ ਲੋਕਾਂ ਨੂੰ ਕੰਮ ਵੀ ਮਿਲੂਗਾ। ਉਹਦੇ ਵਿੱਚ ਪ੍ਰੋਸੈਸਿੰਗ ਲੱਗੇ, ਉਹਦੇ ਵਿੱਚ ਪ੍ਰਾਇਮਰੀ ਪ੍ਰੋਸੈਸਿੰਗ ਹੋਵੇ, ਸੈਕੰਡਰੀ ਹੋਵੇ, ਜਿਵੇਂ ਵੈਕਸਿੰਗ ਕਰਨੀ ਹੈ ਜਾਂ ਨਿੱਕਾ ਮੋਟਾ ਕਰਨਾ, ਗ੍ਰੇਡੇਸ਼ਨ ਕਰਨੀ ਹੈ। ਉਸ ਤੋਂ ਬਾਅਦ ਉਹਦੀ ਡੋਮੈਸਟਿਕ ਮਾਰਕੀਟ ਦੇ ਵਿੱਚ ਜਾਵੇ, ਉਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਜਾਵੇ। ਇਹ ਸਾਰਾ ਕੁਝ ਬਣਾ ਕੇ ਅਸੀਂ ਪਿੰਡ ਲੈਵਲ ਤੇ ਪਿੰਡ ਦੀ ਇਕਾਈ ਨੂੰ ਡਿਵੈਲਪ ਕਰ ਸਕਦੇ ਹਾਂ। ਜਿਵੇਂ ਅਸੀਂ ਦੇਖਿਆ ਕਿ ਏਸ਼ੀਆਟਿਕ ਮੋਡਲ ਪ੍ਰੋਡਕਸ਼ਨ ਦੇ ਵਿੱਚ ਜਦੋਂ ਮਾਰਕਸੋਂ ਇਹ ਮੈਂਸ਼ਨ ਕਰਦੇ ਨੇ ਕਿ ਜਿਹੜਾ ਏਸ਼ੀਆ ਦਾ ਜਿਹੜਾ ਪਿੰਡ ਹੈ ਆਪਦੇ ਵਿੱਚ ਇੱਕ ਕੰਪਲੀਟ ਯੂਨਿਟ ਸੀਗਾ, ਜਿਹਦੇ ਵਿੱਚ ਜਿਹੜਾ ਸੈਲਫ ਡਿਪੈਂਡੈਂਟ ਯੂਨਿਟ ਸੀਗਾ। ਉੱਥੇ ਸਾਰੇ ਆਰਟੀਜਨ ਵੀ ਸੀਗੇ, ਰੂਰਲ ਵਰਕਰ ਵੀ ਸੀਗਾ ਤੇ ਉੱਥੇ ਪੀਜੈਂਟ ਵੀ ਸੀਗਾ। ਇਹ ਆਪ ਉਹ ਡੋਮੈਸਟਿਕ ਪ੍ਰੋਡਕਸ਼ਨ ਦੇ ਲਈ ਸਬਸਿਸਟੈਂਸ ਇਕਨੋਮੀ ਹੈ ਜਿਹੜੀ, ਉਹਦੇ ਵਿੱਚ ਉਹ ਕੰਮ ਕਰਦੇ ਸੀਗੇ। ਤਾਂ ਇਹਨੂੰ ਕਮਿਊਨ ਦੇ ਵਿੱਚ ਸ਼ਿਫਟ ਕਰਨਾ ਬਹੁਤ ਸੌਖਾ ਸੀ, ਇਸ ਤਰ੍ਹਾਂ ਹੀ ਬਣਿਆ ਕਰ ਦੇਣਾ ਚਾਹੀਦਾ ਸੀ। ਪਰ ਹੁਣ ਸਾਨੂੰ ਇਸ ਹਾਲਤ ਦੇ ਵਿੱਚ ਜਿਹੜੀ ਦੇ ਵਿੱਚ ਅਸੀਂ ਖੜੇ ਹਾਂ, ਸਾਨੂੰ ਐਗਰੋ ਵੇਸਟ ਇੰਡਸਟਰੀ ਪਿੰਡਾਂ ਦੇ ਵਿੱਚ ਲਾ ਕੇ ਉੱਥੇ ਕੰਮ ਦੇਣੇ ਚਾਹੀਦੇ ਆ। ਤੇ ਇਹ ਵੱਡੀ ਗਿਣਤੀ ਜਿਹੜੀ, ਜਿਵੇਂ ਭਾਰਤ ਵਰਗੇ ਮੁਲਕਾਂ ਦੇ ਵਿੱਚ ਵੱਡੀ ਗਿਣਤੀ ਜਿਹੜੀ ਖੇਤੀ ਉੱਤੇ ਹੈਗੀ ਹੈ, ਉਹਨੂੰ ਅਸੀਂ ਖੇਤੀ 'ਚ ਹੀ ਕੰਮ ਦੇ ਸਕਦੇ ਹਾਂ। ਕਿਉਂਕਿ ਹਾਲੇ ਵੀ ਕਾਫੀ ਡਿਪੈਂਡੈਂਟ ਹੈ, ਜਿਹੜੇ ਮਤਲਬ 55% ਵਰਕਫੋਰਸ ਵਾਲੇ ਵੀ ਖੇਤੀ ਦੇ ਵਿੱਚ ਲੱਗੀ ਹੋਈ ਹੈ, ਭਾਵੇਂ ਉਹ ਫਾਰਮਰ ਨੇ ਭਾਵੇਂ ਲੇਬਰ ਨੇ। ਤਾਂ ਸਾਡੇ 48 ਕਰੋੜ ਵਰਕਰ ਹੈ, ਜਿਨ੍ਹਾਂ ਦੇ ਵਿੱਚ 26 ਕਰੋੜ ਹੈ ਜਿਹੜੇ ਉਹ ਖੇਤੀ ਦੇ ਵਿੱਚ ਲੱਗੇ ਹੋਏ ਨੇ। ਤਾਂ ਇਹ ਪਾਪੂਲੇਸ਼ਨ ਨੂੰ ਕੰਮ ਹੋਰ ਕਿਤੇ ਨਹੀਂ ਦੇ ਸਕਦਾ। ਹਾਈ ਟੈਕ ਇੰਡਸਟਰੀ ਉੱਥੇ ਵੀ ਕੰਮ ਨਹੀਂ ਮਿਲ ਸਕਦਾ। ਸ਼ਹਿਰਾਂ ਦੇ ਵਿੱਚ ਲਿਆਉਂਗੇ ਤਾਂ ਇਸ ਤਰ੍ਹਾਂ ਦੀ ਸਲਮ ਨੇ ਕਈ ਕੁਛ ਹੈ। ਸਾਨੂੰ ਅੱਜ ਆਪਣਾ ਮਾਡਲ ਡਿਵੈਲਪ ਕਰਕੇ ਖੇਤੀ ਦਾ, ਕਿ ਇਹਨੂੰ ਖੇਤੀ ਦੇ ਵਿੱਚ ਹੀ ਰੱਖਣਾ ਚਾਹੀਦਾ ਹੈ। ਉਹਨੂੰ ਐਗਰੋ ਬੇਸਡ ਕਰ ਲਓ, ਉਹਨੂੰ ਫਿਰ ਹਾਈ ਟੈਕ ਕਰ ਲਓ ਉੱਥੇ, ਕਿਉਂਕਿ ਸਾਨੂੰ ਫਸਲਾਂ ਵੀ ਚਾਹੀਦੀਆਂ ਨੇ, ਖਾਣ ਦੇ ਲਈ ਵੀ ਕੁਝ ਚਾਹੀਦਾ ਤੇ ਇੰਪਲੋਇਮੈਂਟ ਵੀ ਚਾਹੀਦਾ, ਖੇਤੀ 'ਚੋਂ ਦਿੱਤੀ ਜਾ ਸਕਦੀ ਹੈ। ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਲਾਈਨ ਹੋਰ ਬੋਲਣੀ ਚਾਹੁੰਦਾ ਨੱਥ ਸਾਹਿਬ ਦੇ ਉਸ ਕੰਟੈਕਸਟ ਦੇ ਵਿੱਚ ਹੀ ਜੀ। ਤੇ ਇਸ ਤੋਂ ਪਹਿਲਾਂ ਇਹ ਜਿਹੜੀਆਂ ਮਤਲਬ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਇਸ ਮਤਲਬ ਪੀਜੈਂਟ ਦੀ ਜਿਹੜੀ ਸਟਰਗਲ ਹੈ ਉਹਦੇ ਵਿੱਚ ਆਈਆਂ, ਤੇ ਪਹਿਲਾਂ ਭਾਵੇਂ ਉਹ ਸਾਰਾ ਕੁਝ ਉਹਨਾਂ ਨੇ ਨਰੇਟ ਕੀਤਾ ਕਿ ਉਹ ਪਾਸੇ ਰਹੀਆਂ, ਫਿਰ ਬਾਅਦ ਦੇ ਵਿੱਚ ਆਈਆਂ, ਰਿਜ਼ਾਈਨ ਤੱਕ ਵੀ ਦਿੱਤੇ। ਤੇ ਇਸ ਦੇ ਨਾਲ ਹੀ ਕੁਝ ਆਰਗੇਨਾਈਜੇਸ਼ਨ ਜਿਹੜੀਆਂ ਇਹ ਸਮਝਦੀਆਂ ਸੀ ਕਿ ਜਾਂ ਕੁਝ ਬੁੱਧੀਜੀਵੀ ਜਾਂ ਇਸ ਤਰ੍ਹਾਂ ਦੇ ਗਰੁੱਪ ਆਪਣੇ ਆਪ ਨੂੰ ਲੈਫਟ ਕਹਿਣ ਵਾਲੇ, ਕਿ ਪੀਜੈਂਟਰੀ ਦਾ ਕੁਐਸਚਨ ਨਹੀਂ ਹੈਗਾ ਅਸਲ ਦੇ ਵਿੱਚ ਕੋਈ, ਕਿ ਆਪਾਂ ਨੂੰ ਜਿਹੜੀ ਮੂਵਮੈਂਟ ਪੀਜੈਂਟ ਤੇ ਕਦੇ ਨਹੀਂ ਬਣ ਸਕਦੀ ਬਹੁਤੀ। ਉਹਨਾਂ ਨੇ ਵੀ ਇਹ ਸਾਰੀ ਮੂਵਮੈਂਟ ਨੂੰ ਦੇਖ ਕੇ ਆਪਣੇ ਆਪ ਨੂੰ ਬਦਲਿਆ। ਇਹਨਾਂ ਕਾਨੂੰਨਾਂ ਦੇ ਖਿਲਾਫ ਫਿਰ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਜੀ। ਤਾਂ ਇਹ ਇੱਕ ਨਵੀਂ ਚੀਜ਼ ਜਿਹੜੀ ਮੈਂ ਦੇਖੀ ਇਸ ਮੂਵਮੈਂਟ ਦੇ ਵਿੱਚ, ਕਿ ਜਿਹੜੇ ਬੰਦੇ ਕਹਿੰਦੇ ਸੀ ਕਿ ਪੀਜੈਂਟ ਨੂੰ ਵਰਕਰ ਬਣ ਜਾਣ ਦਿਓ, ਤੇ ਇਹ ਜਿਹੜੀ ਇੰਡਸਟਰੀਅਲ ਪ੍ਰੋਲੇਟੇਰੀਏਟ ਨੇ ਉੱਥੇ ਜਿਹੜੀ ਕੋਈ ਮੂਵਮੈਂਟ ਦੇ ਜਾਂ ਰੈਵੋਲੂਸ਼ਨ ਦੇ ਚਾਂਸ ਹੋ ਸਕਦੇ ਨੇ। ਤੇ ਉਹਨਾਂ ਨੇ ਵੀ ਮਤਲਬ ਕਿੰਨੀਆਂ ਸਿਆਸੀ ਪਾਰਟੀਆਂ ਨਹੀਂ ਇੱਧਰ ਆਈਆਂ, ਉਹ ਪਾਰਟੀਆਂ ਨੇ ਵੀ, ਜਦੋਂ ਮੈਂ ਇੱਥੇ ਕਾਨੂੰਨਾਂ ਉੱਤੇ ਬੋਲਦੇ ਦੇਖਦਾ ਤਾਂ ਉਹ ਬਿਲਕੁਲ ਕਾਨੂੰਨਾਂ ਦੇ ਉਲਟ ਬੋਲਦੇ ਨੇ। ਕਹਿਣ ਨੂੰ ਅੰਦਰੋਂ ਮਤਲਬ ਇਹੀ ਹੁੰਦਾ ਹੈ ਕਿ ਮਤਲਬ ਇੱਕ ਵੀ ਧਿਰ, ਨਾ ਸਿਆਸੀ ਪਾਰਟੀ ਨਾ ਗੈਰ ਸਿਆਸੀ ਪਾਰਟੀ ਨਾ ਕੋਈ ਗਰੁੱਪ ਇਸ ਮੂਵਮੈਂਟ ਦੇ ਖਿਲਾਫ ਨਹੀਂ ਬੋਲ ਸਕਿਆ। ਕਿਉਂਕਿ ਹੁਣ ਸ਼ਾਇਦ ਇਹ ਵੀ ਸਮਝਣਾ ਸਾਨੂੰ ਪਊਗਾ ਕਿ ਜੇਕਰ ਅਸੀਂ ਮਤਲਬ ਇਸ ਤਰ੍ਹਾਂ ਦੀ ਕੋਈ ਚੇਂਜ ਚਾਹੁੰਦੇ ਹਾਂ ਤਾਂ ਪੀਜੈਂਟ ਕੁਐਸਚਨ ਹੈ ਜਿਹੜਾ ਉਹਨੂੰ ਸੈਂਟਰ 'ਚ ਰੱਖਣਾ ਹੈ ਜਾਂ ਨਹੀਂ ਰੱਖਣਾ। ਕਿਉਂਕਿ ਇਹਦੇ ਉੱਤੇ ਮੂਵਮੈਂਟ ਹੈ ਜਿਹੜੀ ਉਹ ਜਿਵੇਂ ਬਣੀ, ਜਿਵੇਂ ਸਾਰੇ ਅਦਾਰੇ ਇਹਦੇ ਨਾਲ ਲੱਗੇ, ਇਹ ਸਾਨੂੰ ਰੀਥਿੰਕ ਕਰਨ ਦੀ ਲੋੜ ਹੈ, ਸਾਡੀਆਂ ਸਾਰੀਆਂ ਧਿਰਾਂ ਨੂੰ, ਬੁੱਧੀਜੀਵੀਆਂ ਨੂੰ ਵੀ। ਇਸ ਤੋਂ ਬਾਅਦ ਜਿਹੜਾ ਨੈਸ਼ਨਲ ਮੀਡੀਆ ਦਾ ਤੁਸੀਂ ਸਵਾਲ ਰੱਖਿਆ, ਕਿ ਪਿਛਲੇ ਸਮੇਂ ਦੇ ਵਿੱਚ ਨੈਸ਼ਨਲ ਮੀਡੀਆ ਨੇ ਜਿਵੇਂ ਰੱਖਿਆ ਕਿ ਬਿਲਕੁਲ ਇਸ ਤਰ੍ਹਾਂ ਤੱਕ ਵੀ ਆਇਆ ਕਿ ਮਤਲਬ ਬਣਾ ਤਰਾ ਕੇ, ਜਿਵੇਂ ਬਿਹਾਰ ਮਾਡਲ ਦੇ ਵਿੱਚ ਜਦੋਂ APMC ਐਕਟ 2006 ਦੇ ਵਿੱਚ ਬੰਦ ਕੀਤਾ, ਉੱਥੇ ਸਰਕਾਰੀ ਰਿਪੋਰਟਾਂ ਪਈਆਂ ਨੇ
ਕਿ ਬਿਹਾਰ ਦੇ APMC ਐਕਟ ਤੋੜਨ ਦਾ ਸਾਨੂੰ ਬਹੁਤ ਫਾਇਦਾ ਹੋਇਆ। ਨੈਟ ਤੇ ਪਈਆਂ ਨੇ ਰਿਪੋਰਟਾਂ, ਜਦੋਂ ਕਿ ਅਸੀਂ ਦੇਖਿਆ ਕਿ ਉੱਥੇ ਸਾਰਾ ਕੁਝ ਜਿਹੜਾ ਸੱਤਿਆਨਾਸ਼ ਹੋ ਗਿਆ, ਗਰੋਥ ਰੇਟ ਉੱਤੇ ਘਟ ਗਿਆ, ਬਿਹਾਰ ਦੇ ਜਿਹੜਾ ਕਿਸਾਨ ਹੈ ਉਹਦੀ 8% ਇਨਕਮ ਘਟ ਗਈ, ਬਾਕੀ ਸਾਰੀ ਇੰਡੀਆ 'ਚ ਵਧੀ ਹੈ, ਤੇ ਉੱਥੇ ਜਿਹੜੇ ਹੈਗਾ ਪੂਰਾ ਨੁਕਸਾਨ ਹੋ ਗਿਆ। ਫਿਰ ਵੀ ਸਾਡੀਆਂ ਸਾਡੇ ਜਿਹੜਾ ਇਹ ਮੀਡੀਆ ਉਸ ਗੱਲ ਨੂੰ ਚੱਕ ਰਿਹਾ ਕਿ ਇਹਦਾ ਬਹੁਤ ਫਾਇਦਾ ਹੋ ਗਿਆ, ਇਹਨਾਂ ਕਾਨੂੰਨਾਂ ਦੇ ਪੱਖ ਦੇ ਵਿੱਚ ਲਿਖੀ ਜਾਂਦਾ ਹੈ। ਤੇ ਇਸ ਦੇ ਵਿੱਚ ਵੀ ਸਾਨੂੰ ਆਉਂਦਾ ਕਿ ਸਾਨੂੰ ਇਸ ਤਰ੍ਹਾਂ ਦੇ ਪਲੇਟਫਾਰਮ ਜਿੱਥੇ ਇਸ ਤਰ੍ਹਾਂ ਦੀ ਗੱਲ ਹੋ ਸਕੇ ਉੱਥੇ ਸਾਨੂੰ ਜਨਰੇਟ ਕਰਨਾ ਚਾਹੀਦਾ ਹੈ। ਇਸ ਦੇ ਨਾਲ ਕੀ ਹੈ ਕਿ ਜਿਵੇਂ ਸੋਸ਼ਲ ਮੀਡੀਆ ਉਹਦਾ ਇੱਕ ਫਾਇਦਾ ਹੋ ਸਕਦਾ ਹੈ, ਪਰ ਇੰਡੀਆ ਦੇ ਵਿੱਚ ਇਹ ਬੜੀ ਇੱਕ ਪ੍ਰੋਬਲਮ ਹੈ ਕਿ ਲੈਂਗੁਏਜ ਦੀ ਇੱਕ ਆਪਣੀ ਪ੍ਰੋਬਲਮ ਹੈ। ਪਹਿਲਾਂ ਤਾਂ ਲੋਕ ਪੜ੍ਹੇ ਲਿਖੇ ਨਹੀਂ ਹੈਗੇ, ਫਿਰ ਕੋਈ ਵੀ ਇਹੋ ਜਿਹੀ ਲੈਂਗੁਏਜ ਜਿਹਨੂੰ ਸਾਰਾ ਇੰਡੀਆ ਸਮਝ ਲੇ, ਹਿੰਦੀ ਵੀ ਨਹੀਂ ਆਉਂਦੀ, ਇੰਗਲਿਸ਼ ਵੀ ਨਹੀਂ ਆਉਂਦੀ, ਪੰਜਾਬੀ ਥੋੜੇ ਇਲਾਕੇ 'ਚ ਹੈ, ਤਾਂ ਹਰ ਇੱਕ ਇਹ ਜਿਹੜੀਆਂ ਪ੍ਰੋਬਲਮਾਂ ਨੇ ਸਾਨੂੰ ਕਿ ਜਿਹਦੇ ਵਿੱਚ ਸਾਨੂੰ ਇਹਨੂੰ ਕਿਵੇਂ ਟੈਕਲ ਕਰਨਾ, ਕਿ ਜਿਵੇਂ ਆਲ ਇੰਡੀਆ ਸੰਘਰਸ਼ ਕਮੇਟੀ ਹੈ ਉਹ ਆਪਣੇ ਆਪਣੇ ਖਿੱਤਿਆਂ ਦੇ ਵਿੱਚ ਇਹ ਚੀਜ਼ਾਂ ਨੂੰ ਲੈ ਕੇ ਜਾਵੇ ਆਪਣੀ ਲੈਂਗੁਏਜ ਦੇ ਵਿੱਚ, ਤੇ ਸੋਸ਼ਲ ਮੀਡੀਆ ਨੂੰ ਕਿਵੇਂ ਵਰਤਣਾ ਹੈ, ਹੋਰ ਸਾਨੂੰ ਨਵੀਆਂ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਹਨਾਂ ਨੂੰ ਕਿਵੇਂ ਵਰਤ ਕੇ ਅਸੀਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕਦੇ ਹਾਂ। ਇਹਦੇ ਪੈਰਲਲ ਸਾਨੂੰ ਇਹ ਡਿਵੈਲਪ ਕਰਨਾ ਪਊਗਾ। ਆਹ ਜਿਹੜੇ ਮੈਥਡ ਨੇ ਜਿਹੜੇ ਤੁਸੀਂ ਯੂਜ਼ ਕਰ ਰਹੇ ਹੋ ਇਹ ਵੀ ਇੱਕ ਵਧੀਆ ਕਾਰਗਰ ਹੈਗਾ ਕਿ ਇਹਨਾਂ ਉੱਤੇ ਗੱਲ ਕਰਕੇ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ, ਆਪਦਾ ਇੱਕ ਡਿਵੈਲਪ ਕਰਨ ਦੀ ਲੋੜ ਹੈ। ਸਾਰੀਆਂ ਜਥੇਬੰਦੀਆਂ ਨੂੰ ਇਹਦੇ ਤੇ ਸੋਚਣਾ ਚਾਹੀਦਾ ਕਿ ਅਸੀਂ ਇਸ ਤਰ੍ਹਾਂ ਦਾ ਇੱਕ ਜਿਹੜਾ ਅਸੀਂ ਮਤਲਬ ਪਲੇਟਫਾਰਮ ਬਣਾਈਏ ਜਿੱਥੇ ਲੋਕ ਦੇਖਣ ਕਿ ਆਹ ਇੱਕ ਸਹੀ ਸੱਚ ਹੈ। ਸਾਨੂੰ ਇਹ ਪਤਾ ਕਿ ਇਹ ਝੂਠੇ ਮੀਡੀਆ ਨੇ ਸਾਰੇ, ਫਿਰ ਵੀ ਸਾਨੂੰ ਸੱਚਾ ਮੀਡੀਆ ਜਿਹੜਾ ਉਹ ਸਾਹਮਣੇ ਨਹੀਂ ਆਉਂਦਾ, ਇਹ ਬਣਾਉਣ ਦੀ ਬਹੁਤ ਵੱਡੀ ਲੋੜ ਹੈ। ਇਹਦੇ ਵਿੱਚ ਜਿਹੜੇ ਦੋ ਤਰ੍ਹਾਂ ਦੀ ਅਪਰੋਚ ਮੈਨੂੰ ਲੱਗਦਾ ਕਿ ਅਪਣਾਉਣੀ ਚਾਹੀਦੀ ਹੈ। ਇੱਕ ਤਾਂ ਹੈ ਕਿ ਇਮੀਡੀਏਟ ਫੌਰੀ ਅਪਰੋਚ ਕੀ ਹੈ ਜੀ, ਦੂਜੀ ਗੱਲ ਹੈ ਕਿ ਅਸੀਂ ਲੰਬੇ ਸਮੇਂ ਦੇ ਵਿੱਚ ਕੀ ਲੈ ਕੇ ਜਾਣਾ। ਔਰ ਇਹਦੇ ਵਿੱਚ ਜਿਵੇਂ ਅੱਜ ਜਿਹੜੀ ਖੇਤੀ ਹੈ ਉਹ ਵਾਇਬਲ ਨਹੀਂ ਹੈਗੀ, ਇਹਨੂੰ ਵਾਇਬਲ ਇਨਪੁਟ ਆਊਟਪੁੱਟ ਸਟਰਕਚਰ ਦੇ ਕੇ ਉਹ ਬਣਾਇਆ ਜਾ ਸਕਦਾ ਹੈ। ਬਣਾਉਣ ਦੀ ਪ੍ਰੋਡਕਟਿਵ ਜਿਹੜੀ ਖੇਤੀ ਉਹ ਬਣਾਉਣ ਦੀ ਗੱਲ ਹੈ। ਖੇਤ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਦਾ ਮਸਲਾ ਹੈ ਉਹ ਮਸਲੇ ਸਾਨੂੰ ਹੱਲ ਕਰਨੇ ਚਾਹੀਦੇ ਆ। ਪਹਿਲਾਂ ਲੰਬੇ ਦਾ ਤੋਂ ਸਾਨੂੰ ਇਹ ਕਰਨਾ ਚਾਹੀਦਾ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਪਲੈਨਿੰਗ ਹੋਵੇ, ਇੱਕ ਮੈਕਰੋ ਪਲੈਨਿੰਗ ਕਿ ਪੂਰੇ ਇੰਡੀਆ ਦੇ ਵਿੱਚ ਕੀ ਹੋਣਾ ਚਾਹੀਦਾ। ਉਹਦੇ ਵਿੱਚ ਸਾਨੂੰ ਕਿ ਕਿੰਨਾ ਸਾਨੂੰ ਮਤਲਬ ਪ੍ਰੋਡਕਸ਼ਨ ਚਾਹੀਦਾ ਖਾਣ ਦੇ ਲਈ, ਕਿੰਨੀ ਸਾਨੂੰ ਮਤਲਬ ਕਣਕ ਚਾਹੀਦੀ ਹੈ, ਕਿੰਨਾ ਸਾਨੂੰ ਝੋਨਾ ਚਾਹੀਦਾ ਹੈ, ਕਿੰਨੀਆਂ ਸਾਨੂੰ ਫਲਾਂ ਚਾਹੀਦੇ ਨੇ, ਸਬਜ਼ੀਆਂ ਚਾਹੀਦੀਆਂ ਨੇ, ਉਹ ਕਿਹੜੇ ਕਿਸ ਏਰੀਏ 'ਚ ਹੋ ਸਕਦੀਆਂ ਨੇ। ਇਹ ਪਲਾਨ ਬਣਾ ਕੇ ਇੱਕ ਮਾਈਕਰੋ ਪਲੈਨਿੰਗ ਬਣੇ ਕਿ ਸਟੇਟ ਲੈਵਲ ਦੀ ਕਿ ਕਿਹੜਾ ਸਟੇਟ ਹੈ ਜਿਹੜਾ ਉਹ ਕਿੰਨਾ ਜਿਹੜਾ ਪੈਦਾ ਕਰੂਗਾ। ਤਾਂ ਇਹ ਸਾਰੀ ਪਲੈਨਿੰਗ ਜਿਹੜੀ ਮਾਈਕਰੋ ਪਲੈਨਿੰਗ ਹੈ ਉਹ ਮਾਈਕਰੋ ਦੇ ਵਿੱਚ ਜਿਹੜੀ ਵੱਡੀ ਪਲੈਨਿੰਗ ਦੇ ਵਿੱਚ ਆਵੇ, ਤਾਂ ਅਸੀਂ ਇਸ ਤੋਂ ਬਾਅਦ ਅਸੀਂ ਜਿਹੜੀਆਂ ਸਬਜ਼ੀਆਂ ਫਲ ਫਰੂਟ ਜਿਹਨੂੰ ਅਸੀਂ ਕਹਿੰਦੇ ਖਰਾਬ ਹੋਣ ਵਾਲੀਆਂ ਹਾਰਟੀਕਲਚਰ ਕ੍ਰੌਪਸ ਨੇ, ਉਹਨਾਂ ਦੇ ਵਾਸਤੇ ਸਾਨੂੰ ਉਹਨਾਂ ਦੀ ਪ੍ਰੋਸੈਸਿੰਗ, ਉਹਨਾਂ ਦਾ ਵੈਲਿਊ ਐਡੀਸ਼ਨ, ਉਹਨਾਂ ਦੀ ਮਾਰਕੀਟਿੰਗ, ਡੋਮੈਸਟਿਕ ਤੇ ਫੋਰਨ ਮਾਰਕੀਟਿੰਗ, ਇਹ ਸਾਰਾ ਕੁਝ ਕਰਨ ਦੀ ਲੋੜ ਹੈ। ਤੇ ਇਹਦੇ ਵਾਸਤੇ ਸਾਨੂੰ ਇਹ ਨਹੀਂ ਕਿ ਕਾਰਪੋਰੇਟਾਂ ਤੇ ਛੱਡ ਦਿਓ, ਇਹ ਸਟੇਟ ਸੈਕਟਰ ਦੇ ਵਿੱਚ ਹੋਣੇ ਚਾਹੀਦੇ ਨੇ, ਫਿਰ ਇਹ ਕੋਆਪਰੇਟਿਵ ਸੈਕਟਰ ਦੇ ਵਿੱਚ, ਗਰੁੱਪ ਫਾਰਮਿੰਗ ਦੇ ਵਿੱਚ ਹੋਣੇ ਚਾਹੀਦੇ ਨੇ, ਕਿਉਂਕਿ ਸਾਨੂੰ ਇਹ ਲੱਗਦਾ ਕਿ ਸਟੇਟ ਤਾਂ ਕਰ ਨਹੀਂ ਸਕਦੀ। ਸਟੇਟ ਨਹੀਂ ਕਰ ਸਕਦੀ ਕਿਉਂਕਿ ਇਹਦੇ ਕੋਲ ਪੈਸਾ ਨਹੀਂ। ਤਾਂ ਤੁਸੀਂ ਦੇਖ ਲਓ ਕਿ ਜਿੰਨਾ ਵੀ ਕਾਰਪੋਰੇਟਾਂ ਨੇ ਕੀਤਾ ਉਹ ਵੀ ਪੈਸਾ ਸਾਡੇ ਲੋਕਾਂ ਦਾ ਹੀ ਹੈ। ਇਹਨਾਂ ਬੈਂਕਾਂ 'ਚੋਂ ਪੈਸੇ ਹੀ ਲਾਉਂਦੇ ਨੇ, ਉਹ 10% ਵੀ ਕੋਲੋਂ ਨਹੀਂ ਪਾਉਂਦੇ। ਉਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਵਧਾ ਕੇ ਬਣਾਈਆਂ ਹੁੰਦੀਆਂ ਨੇ, ਤੇ ਸਗੋਂ ਕਈ ਵਾਰ ਜਿੰਨਾ ਪੈਸਾ ਬੈਂਕ 'ਚੋਂ ਲੈ ਜਾਂਦੇ ਨੇ ਇਹਦੇ ਵਿੱਚ ਕੀ ਹੈ ਕਿ ਉਹ ਉਹਨਾਂ ਪੈਸਾ ਵੀ ਨਹੀਂ ਲਾਉਂਦੇ। ਜੇਕਰ ਘਾਟਾ ਪੈ ਜੇ ਤਾਂ ਬੈਂਕਾਂ ਨੇ ਹੁਣ ਕਹਿਤਾ ਕਿ ਘਾਟਾ ਹੈ ਜਿਹੜਾ ਉਹ ਕਸਟਮਰਾਂ ਤੋਂ ਜਿਹੜਾ ਪੂਰਾ ਕਰੋ। ਤਾਂ ਇਹ ਜਦੋਂ ਕੰਪਨੀ ਨੂੰ ਘਾਟਾ ਪੈ ਜਾਂਦਾ ਹੈ ਉਹ ਲੋਕਾਂ ਦਾ, ਜੇ ਪ੍ਰੋਫਿਟ 'ਚ ਹੈ ਤਾਂ ਉਹ ਕੰਪਨੀਆਂ ਦਾ। ਤਾਂ ਸਾਨੂੰ ਇਹ ਕਰਨਾ ਚਾਹੀਦਾ ਕਿ ਸਟੇਟ ਹੈ ਜਿਹੜੀ ਉਹਨੂੰ ਹੀ ਮਜਬੂਰ ਕਰਨਾ ਚਾਹੀਦਾ ਕਿ ਉਹ ਇਨਪੁਟ ਵੀ ਆਪਣੇ ਬਣਾਵੇ, ਉਹ ਆਊਟਪੁੱਟ ਨੂੰ ਵੀ ਆਪ ਹੀ ਜਿਹੜਾ ਖਰੀਦੇ, ਉਸ ਤੋਂ ਬਾਅਦ ਉਹਦੀ ਪ੍ਰੋਸੈਸਿੰਗ ਕਰੇ, ਲੋਕਾਂ ਤੱਕ ਪਹੁੰਚਾਵੇ। ਇੰਡੀਆ ਇੱਕ ਵੱਡੀ ਮਾਰਕੀਟ ਹੈ, ਇਹ ਆਪਦੇ ਆਪ 'ਚ ਬਹੁਤ ਵਾਇਬਲ ਹੈਗਾ। ਇੱਥੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਹੋ ਸਕਦੀਆਂ, ਹਰ ਰੋਜ਼ ਹੋ ਸਕਦੀਆਂ ਨੇ, ਤੇ ਸਾਡੇ ਕੋਲੇ ਵੱਡੀ ਮਾਰਕੀਟ ਹੈ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਅਸੀਂ ਦੇਖਿਆ ਜੋੜ ਕੇ ਸਾਡੇ ਪਿੰਡ ਦੇ ਵਿੱਚ ਹੀ ਮੈਂ ਹਿਸਾਬ ਕਿਤਾਬ ਲਾਇਆ ਕਿ ਸਾਰੇ ਪਿੰਡ ਨੂੰ ਮੌਜ ਕਰਾਈ ਜਾ ਸਕਦੀ ਹੈ, ਗੁਜ਼ਾਰਾ ਨਹੀਂ। ਸਾਰੇ ਪੰਜਾਬ ਨੂੰ ਮੌਜਾਂ ਕਰਾਈਆਂ ਜਾ ਸਕਦੀਆਂ ਸਾਡੇ ਰਿਸੋਰਸਾਂ ਨਾਲ। ਤੇ ਗੱਲ ਤਾਂ ਇਹ ਹੈ ਕਿ ਸਾਡੀ ਇਸ ਤਰ੍ਹਾਂ ਦੀ ਪਲੈਨਿੰਗ ਬਣ ਜੇ ਜਿਹਦੇ ਨਾਲ ਅਸੀਂ ਜਿਹੜਾ ਪੂਰੇ ਜਿਹੜੇ ਕਿਸਾਨੀ ਨਹੀਂ, ਮਜ਼ਦੂਰ ਨਹੀਂ, ਸਾਰੇ ਲੋਕਾਂ ਜਿਹੜੇ ਹੋਰ ਵੀ ਨਿੱਕੇ ਮੋਟੇ ਕੰਮ ਕਰਨ ਵਾਲੇ ਦੁਕਾਨਦਾਰ ਨੇ, ਸ਼ਹਿਰੀ ਨੇ, ਸ਼ਹਿਰੀ ਬਸਤੀਆਂ ਦੇ ਵਿੱਚ ਲੋਕ ਬੈਠੇ ਨੇ, ਲੋਕ ਜਿਹੜੇ ਬਿਨਾਂ ਘਰਾਂ ਤੋਂ ਵੀ ਬੈਠੇ ਨੇ ਬਾਹਰ ਦੇ ਵਿੱਚ, ਪੈਰੀਫੇਰੀ ਦੇ ਵਿੱਚ, ਇਹ ਸਾਰੇ ਲੋਕਾਂ ਦਾ ਜਿਹੜਾ ਬਹੁਤ ਵਧੀਆ ਜੀਵਨ ਪੱਧਰ ਹੋ ਸਕਦਾ। ਕੋਈ ਐਸੀ ਗੱਲ ਨਹੀਂ ਹੈਗੀ, ਕਿਉਂਕਿ ਜਿਹੜੀ ਇਨਇਕੁਅਲਿਟੀ ਹੈ ਜਿਹੜੀ ਉਸ ਕਾਰਪੋਰੇਟ ਜਿਹੜੇ ਘਰਾਣੇ ਨੇ ਉਹ ਲੁੱਟੀ ਜਾਂਦੇ ਨੇ,
ਉਹਨਾਂ ਨੂੰ ਬੰਦ ਕਰਨ ਦੀ ਲੋੜ ਹੈ।